ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਆ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖਹੁ ਨੈਣ। ਕਹਾਂ ਬੁੱਧ ਪ੍ਰਭੁ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਹਾੰਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਮਨ ਤਨ ਅੰਤਰ ਇਹ ਸੁਆਓ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਮਨ ਤਨ ਅੰਤਰ ਇਹ ਸੁਆਓ। ਨੇਤਰਹੁ ਪੇਖ ਦਰਸ ਸੁਖ ਹੋਏ। ਮਨ ਬਿਗਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ। ਬਿਰਲਾ ਕਉ ਪਾਵੈ ਸੰਗ। ਏਕ ਬਸਤ ਦੀਜੈ ਕਰ ਮਇਆ। ਗੁਰ ਪ੍ਰਸਾਦ ਨਾਮ ਜਪ ਲਿਆ। ਤਾਕੀ ਉਪਮਾ ਕਹੀ ਨਾ ਜਾਏ। ਨਾਨਕ ਰਹਿਆ ਸਰਬ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ।
ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦੁਆਰਾ ਆਪਾਂ ਸਾਰੇ ਹੀ ਸੰਗਤ ਰੂਪ ਦੇ ਵਿੱਚ ਗੁਰਸਿੱਖ ਮਾਈ ਭਾਈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਨ ਹੋ ਕੇ ਆਪਣੇ ਜੀਵਨ ਦੀ ਸਫਲਤਾ ਵਾਸਤੇ ਯਤਨ ਉਪਰਾਲੇ ਕਰ ਰਹੇ ਹਾਂ। ਸ਼ਾਮ ਦੇ ਸੁੰਦਰ ਦੀਵਾਨਾਂ ਦੇ ਅੰਦਰ ਆਪ ਜੀ ਨੇ ਜਿਸ ਪ੍ਰਕਾਰ ਹਰਿ ਜਸ ਕੀਰਤਨ ਸਰਵਣ ਕੀਤਾ ਹੈ ਔਰ ਉਹਦੇ ਨਾਲ ਨਾਲ ਹੀ ਅੱਜ ਜੋ ਛੋਟਾ ਘੱਲੂਘਾਰਾ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਇਸ ਦੇਸ਼ ਕੌਮ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਇਸ ਪ੍ਰਕਾਰ ਇਸ ਪਾਵਨ ਪਵਿੱਤਰ ਸਥਾਨ ਤੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਆਖਿਆ ਚੱਲ ਰਹੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਕਥਾ ਵਿਆਖਿਆ ਚੱਲ ਰਹੀ ਹੈ। ਜਿਸ ਪ੍ਰਕਾਰ ਕੱਲ ਆਪਾਂ 20ਵੀਂ ਅਸ਼ਟਪਦੀ ਦੇ 3 ਪਦੇ ਜਿਹੜੇ ਹਨ ਉਹਨਾਂ ਦੀ ਕਥਾ ਵਿਆਖਿਆ ਸੰਪੂਰਨ ਹੋਈ ਹੈ। ਅੱਗੇ 6ਵੇਂ ਪਦੇ ਦਾ ਪਾਠ ਆਪਾਂ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ, ਜਿਸ ਦੀ ਮਹਿਮਾ ਇਤਿਹਾਸਕ ਗ੍ਰੰਥਾਂ ਦੇ ਅੰਦਰੋਂ ਸਾਨੂੰ ਮਿਲਦੀ ਹੈ। ਜਿਸ ਪ੍ਰਕਾਰ ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਜਿਨ੍ਹਾਂ ਨੇ ਇਸ ਪਾਵਨ ਬਾਣੀ ਦੀ ਮਹਿਮਾ ਬਿਆਨ ਕਰਦਿਆਂ ਹੋਇਆਂ ਬਚਨ ਲਿਖੇ ਹਨ ਕਿ ਜਿਸ ਜਗ੍ਹਾ ਤੇ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ, ਉਸ ਜਗ੍ਹਾ ਦੇ ਦਰਸ਼ਨ ਕਰਨ ਦਾ ਵੀ ਬਹੁਤ ਵੱਡਾ ਮਹਾਤਮ ਹੈ। ਭਾਈ ਸਾਹਿਬ ਜੀ ਦੇ ਬਚਨ ਆਉਂਦੇ ਹਨ, ਜਹਾਂ ਬੈਠ ਸੁਖਮਣੀ ਉਚਾਰੀ, ਤਿਹ ਕੇ ਦਰਸ਼ਨ ਕੋ ਹੈ ਫਲ ਭਾਰੀ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਾਮਸਰ ਸਰੋਵਰ ਦੇ ਕਿਨਾਰੇ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਬਾਣੀ ਉਚਾਰਨ ਕੀਤੀ ਹੈ ਔਰ ਸਿੱਖ ਜਗਤ ਦੇ ਅੰਦਰ ਇਸ ਪਾਵਨ ਗੁਰਬਾਣੀ ਦਾ ਮਹਾਤਮ, ਇਸ ਦਾ ਨਿਤਨੇਮ ਪਾਠ ਜਾਪ ਬੇਅੰਤ ਕੀਤਾ ਜਾਂਦਾ ਹੈ। ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਬਾਣੀ ਦੁਆਰਾ ਸਾਨੂੰ ਸੁੰਦਰ ਉਪਦੇਸ਼ਾਂ ਦੀ ਬਖਸ਼ਿਸ਼ ਕਰ ਰਹੇ ਹਨ। ਜਿਸ ਪ੍ਰਕਾਰ ਅੱਜ ਦੇ ਸ਼ਬਦਾਂ ਦੇ ਅੰਦਰ ਸਤਿਗੁਰੂ ਜੀ ਰਹਿਮਤ ਕਰਦੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਸ਼ਬਦ ਦੇ ਵਿਚਾਰ ਨੂੰ ਸੁਣਨ ਦੇ ਯਤਨ ਕਰੀਏ। ਇੱਕ ਵਾਰ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਜਦੋਂ ਜਗਿਆਸੂ ਦੇ ਮਨ ਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਪ੍ਰੀਤੀ ਪੈਦਾ ਹੋ ਜਾਏ, ਪ੍ਰੇਮ ਪੈਦਾ ਹੋ ਜਾਏ, ਤੇ ਫਿਰ ਉਹ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਹੈ ਉਹਦੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਔਰ ਪ੍ਰੀਤੀ ਕਿਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ? ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੈਤਸਰੀ ਦੀ ਵਾਰ ਦੇ ਅੰਦਰ ਕੁਝ ਉਦਾਹਰਨਾਂ ਦਿੱਤੀਆਂ ਹਨ ਕਿ ਗੁਰੂ ਕੇ ਸਿੱਖ ਦੀ, ਰੱਬ ਦੇ ਪਿਆਰੇ ਦੀ ਨਾਮ ਦੇ ਨਾਲ, ਪਰਮੇਸ਼ਰ ਦੀ ਬੰਦਗੀ ਦੇ ਨਾਲ, ਪ੍ਰਮਾਤਮਾ ਦੇ ਸਿਮਰਨ ਦੇ ਨਾਲ ਕੈਸੀ ਪ੍ਰੀਤੀ ਹੋਵੇ। ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ ਹਨ ਕਿ ਜਿਸ ਪ੍ਰਕਾਰ ਇੱਕ ਮੱਛੀ ਨੂੰ ਆਪਾਂ ਦੇਖਦੇ ਹਾਂ, ਉਸ ਦੀ ਪ੍ਰੀਤੀ ਜਲ ਦੇ ਨਾਲ ਹੈ, ਪਾਣੀ ਦੇ ਨਾਲ ਹੈ, ਉਸ ਤੋਂ ਬਿਨਾਂ ਉਹਦਾ ਜੀਵਨ ਸੰਭਵ ਨਹੀਂ ਹੈ।
ਇਸੇ ਪ੍ਰਕਾਰ ਹੀ ਸਤਿਗੁਰਾਂ ਨੇ ਉਦਾਹਰਣ ਦਿੱਤੀ ਹੈ ਚਾਤ੍ਰਿਕ ਦੀ, ਪਪੀਹੇ ਦੀ, ਕਿ ਚਾਹੇ ਮੀਂਹ ਬਥੇਰਾ ਪੈਂਦਾ ਹੈ, ਕਣੀਆਂ ਬਹੁਤ ਧਰਤੀ ਤੇ ਆਉਂਦੀਆਂ ਹਨ, ਡਿੱਗਦੀਆਂ ਹਨ, ਪਰ ਉਸ ਦੀ ਪ੍ਰੀਤੀ ਜਿਹੜੀ ਹੈ ਉਹ ਸਵੰਤੀ ਬੂੰਦ ਦੇ ਨਾਲ ਹੈ। ਜਿੰਨਾ ਚਿਰ ਉਹ ਉਸ ਨੂੰ ਪ੍ਰਾਪਤ ਨਹੀਂ ਹੁੰਦੀ, ਉਹ ਕੂਕਦਾ ਰਹਿੰਦਾ ਹੈ। ਇਸੇ ਪ੍ਰਕਾਰ ਹੀ ਸਤਿਗੁਰਾਂ ਨੇ ਉਦਾਹਰਣ ਦਿੱਤੀ ਹੈ ਹਿਰਨ ਦੀ, ਕਿ ਜਿਹੜਾ ਹਿਰਨ ਹੈ ਉਹਦੀ ਪ੍ਰੀਤੀ ਸ਼ਬਦ ਦੇ ਨਾਲ ਹੈ। ਜਦੋਂ ਸ਼ਿਕਾਰੀ ਜੰਗਲਾਂ ਦੇ ਵਿੱਚ ਜਾ ਕੇ ਇੱਕ ਸਾਊਂਡ, ਇੱਕ ਆਵਾਜ਼ ਪੈਦਾ ਕਰਦੇ ਹੈ, ਧੁਨੀ ਪੈਦਾ ਕਰਦੇ ਹੈ, ਔਰ ਉਸ ਧੁਨੀ ਤੇ ਉਹ ਹਿਰਨ ਇੰਨਾ ਲੀਨ ਹੋ ਜਾਂਦਾ ਹੈ, ਉਹਦੇ ਇੰਨਾ ਅਧੀਨ ਹੋ ਜਾਂਦਾ ਹੈ, ਇੰਨੀ ਪ੍ਰੀਤੀ ਹੈ ਕਿ ਫਿਰ ਉਸ ਨੂੰ ਉਹ ਫੜ ਲੈਂਦੇ। ਇਸੇ ਪ੍ਰਕਾਰ ਹੀ ਸਤਿਗੁਰਾਂ ਨੇ ਉਦਾਹਰਣ ਦਿੱਤੀ ਹੈ ਭੌਰੇ ਦੀ, ਜਿਸ ਦੀ ਪ੍ਰੀਤੀ ਕਮਲ ਫੁੱਲ ਦੀ ਸੁਗੰਧੀ ਦੇ ਨਾਲ ਹੈ, ਔਰ ਇਤਨੀ ਪ੍ਰੀਤੀ ਹੈ ਕਿ ਉਹਦੇ ਵਿੱਚ ਬੰਦ ਹੋ ਜਾਂਦਾ ਹੈ, ਆਪਣੇ ਪ੍ਰਾਣ ਤਿਆਗ ਦਿੰਦਾ ਹੈ, ਪਰ ਉਹਦੇ ਤੋਂ ਉੱਠਦਾ ਨਹੀਂ, ਸੁਗੰਧੀ ਤੋਂ ਪਾਸੇ ਨਹੀਂ ਜਾਂਦਾ। ਸਤਿਗੁਰਾਂ ਦੇ ਬਚਨ ਆਉਂਦੇ ਹਨ, ਜੋ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ। ਇਸੇ ਪ੍ਰਕਾਰ ਹੀ ਸਤਿਗੁਰਾਂ ਦੇ ਬਚਨ ਆਉਂਦੇ ਹਨ, ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵੈ। ਨਾਦ ਕੁਰੰਗ ਕਹਿ ਵਿਦਿਆ ਸਨਮੁਖ ਉੱਠ ਧਾਵੈ। ਭਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੈ। ਅੱਗੇ ਸਤਿਗੁਰੂ ਜੀ ਬਚਨ ਕਰਦੇ ਹਨ, ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੇ। ਇੱਦਾਂ ਦੀ ਪ੍ਰੀਤੀ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ, ਰੱਬ ਦੇ ਨਾਲ, ਪਰਮੇਸ਼ਰ ਵਾਹਿਗੁਰੂ ਦੇ ਨਾਲ। ਇਸ ਕਰਕੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਕਿ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਪੈਦਾ ਹੋ ਜਾਂਦੀ ਹੈ, ਪ੍ਰੇਮ ਰਸ ਸੁਆਓ। ਫਿਰ ਉਹਨਾਂ ਦਾ ਪ੍ਰਯੋਜਨ ਸੁਆਓ ਜਿਹੜਾ ਹੈ ਉਹ ਪ੍ਰੇਮ ਰਸ ਨੂੰ ਲੈਣਾ ਹੀ ਬਣ ਜਾਂਦਾ ਹੈ। ਮਨ ਤਨ ਅੰਤਰ ਇਹੀ ਸੁਆਓ। ਸਤਿਗੁਰੂ ਜੀ ਕਹਿੰਦੇ ਮਨ ਤੇ ਤਨ ਦੇ ਵਿੱਚ ਇਹੀ ਸੁਆਓ ਦਾ ਅਰਥ ਹੈ ਪ੍ਰਯੋਜਨ, ਕਿ ਜਿਨ੍ਹਾਂ ਦੇ ਅੰਦਰ ਫਿਰ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਪਰਮੇਸ਼ਰ ਦੇ ਨਾਮ ਦਾ ਹੀ ਰਸ ਤੇ ਉਸੇ ਦਾ ਹੀ ਪ੍ਰੇਮ ਜਿਹੜਾ ਹੈ ਉਹਨਾਂ ਦੇ ਸਰੀਰ ਦੀ ਕਿਰਿਆ ਤੋਂ ਵੀ ਭਾਸਦਾ ਹੈ, ਔਰ ਉਹਨਾਂ ਦੀ ਜਿਹੜੀ ਮਨ ਦੀ ਅਵਸਥਾ ਹੈ ਉੱਥੇ ਵੀ ਉਹ ਨਾਮ ਦਾ ਰਸ, ਜਿਹੜਾ ਪ੍ਰੇਮ ਦਾ ਰਸ ਹੈ, ਉਹ ਬਣਿਆ ਰਹਿੰਦਾ ਹੈ। ਨੇਤਰੋਂ ਪੇਖ ਦਰਸ ਸੁਖ ਹੋਏ। ਸਤਿਗੁਰੂ ਜੀ ਕਹਿੰਦੇ ਹਨ, ਫਿਰ ਉਹ ਆਪਣੇ ਨੇਤਰਾਂ ਦੁਆਰਾ, ਇਹਨਾਂ ਅੱਖਾਂ ਦੁਆਰਾ ਪ੍ਰਭੂ ਪਰਮੇਸ਼ਰ ਦੇ ਦਰਸ਼ਨਾਂ ਨੂੰ ਕਰਕੇ ਸੁਖ ਪਾਉਂਦੇ ਹਨ। ਫਿਰ ਉਹ ਆਪਣੇ ਨੇਤਰਾਂ ਨੂੰ ਸਫਲਿਆਂ ਸਮਝਦੇ ਹਨ ਜਦੋਂ ਗੁਰੂ ਦੇ ਦਰਸ਼ਨ ਕਰ ਲੈਂਦੇ ਹਨ। ਜਿੱਥੇ ਆਪਾਂ ਪ੍ਰਤੱਖ ਰੂਪ ਦੇ ਵਿੱਚ ਸਤਿਗੁਰਾਂ ਨੇ ਹੁਕਮ ਕੀਤਾ ਹੈ ਗੁਰੂ ਕੇ ਸਿੱਖ ਨੂੰ ਕਿ 2 ਵਕਤ ਸ਼ਾਮ ਤੇ ਸਵੇਰੇ ਨਿਯਮ ਦੇ ਨਾਲ ਸਤ ਸੰਗਤ ਦੇ ਵਿੱਚ ਆਉਣਾ ਹੈ, ਸਤਿਗੁਰਾਂ ਦੇ ਦਰਸ਼ਨ ਕਰਨੇ ਹਨ, ਨਮਸਕਾਰ ਕਰਨੀ ਹੈ। ਉੱਥੇ ਜਿੱਥੇ ਅਸੀਂ ਇਹਨਾਂ ਪ੍ਰਤੱਖ ਨੇਤਰਾਂ ਦੁਆਰਾ ਗੁਰੂ ਦੇ ਦਰਸ਼ਨ ਕਰਦੇ ਹਾਂ, ਉੱਥੇ ਮਨ ਬੁੱਧੀ ਨੇਤਰ ਜਿਹੜੇ ਹਨ ਸਾਡੇ, ਉਹਨਾਂ ਦੁਆਰਾ ਵੀ ਉਹ ਪਰਮੇਸ਼ਰ ਵਾਹਿਗੁਰੂ ਦੇ ਸ਼ਬਦ ਰੂਪ ਨੂੰ ਦਰਸ਼ਨ ਕਰਦੇ ਰਹਿੰਦੇ ਹਨ। ਮਨ ਬਿਗਸੈ ਸਾਧ ਚਰਨ ਧੋਏ। ਸਤਿਗੁਰੂ ਜੀ ਅੱਗੇ ਬਚਨ ਕਰਦੇ ਹਨ, ਮਨ ਬਿਗਸੈ, ਉਹਨਾਂ ਦਾ ਮਨ ਜਿਹੜਾ ਹੈ ਉਹ ਖੇੜੇ ਦੇ ਵਿੱਚ ਆ ਜਾਂਦਾ ਹੈ। ਸਾਧ ਪਗ ਧੋਏ, ਸਾਧ ਦਾ ਅਰਥ ਇੱਥੇ ਗੁਰੂ ਦਾ ਹੈ, ਕਿਉਂਕਿ ਆਰੰਭਤਾ ਦੇ ਅੰਦਰ ਸਤਿਗੁਰਾਂ ਨੇ ਸ਼ਲੋਕ ਦੇ ਵਿੱਚ ਹੀ ਇਸ ਪਾਵਨ ਅਸ਼ਟਪਦੀ ਦਾ ਵਿਸ਼ਾ ਰੱਖਿਆ ਹੈ। ਉਸ ਦੇ ਵਿੱਚ ਬੇਨਤੀਆਂ ਹੋ ਰਹੀਆਂ ਹਨ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ, ਕਿ ਆਪਣੀ ਭਗਤੀ ਲਾਏ। ਭਗਤੀ ਵਾਸਤੇ ਅਰਦਾਸਾਂ ਗੁਰੂ ਅੱਗੇ ਤੇ ਪਰਮੇਸ਼ਰ ਅੱਗੇ ਹੋ ਰਹੀਆਂ ਹਨ। ਇਸ ਕਰਕੇ ਇਹ ਸਾਰਾ ਹੀ ਫਿਰ ਮਜ਼ਮੂਨ ਉਸੇ ਤੇ ਆਧਾਰਿਤ ਚੱਲਦਾ ਹੈ। ਇੱਥੇ ਸਤਿਗੁਰੂ ਜੀ ਬਚਨ ਕਰਦੇ ਹਨ, ਜਿਹੜੇ ਗੁਰੂ ਦੇ ਸ਼ਬਦ ਰੂਪ ਚਰਨ ਹਨ, ਉਹਨਾਂ ਨੂੰ ਉਹ ਗੁਰੂ ਕੇ ਸਿੱਖ ਜਿਹੜੇ ਹਨ ਆਪਣੇ ਮਨ ਦੇ ਵਿੱਚ ਵਸਾ ਕੇ ਤੇ ਪ੍ਰਸੰਨ ਹੁੰਦੇ ਹਨ, ਖਿੜਦੇ ਹਨ। ਭਗਤ ਜਨਾ ਕੈ ਮਨ ਤਨ ਰੰਗ। ਸਤਿਗੁਰੂ ਜੀ ਕਹਿੰਦੇ ਜਿਹੜੇ ਭਗਤ ਜਨ ਹਨ ਉਹਨਾਂ ਦੇ ਮਨ ਤੇ ਤਨ ਦੇ ਵਿੱਚ ਪ੍ਰਭੂ ਦੇ ਨਾਮ ਦਾ ਹੀ ਰੰਗ ਹੁੰਦਾ ਹੈ। ਜੇ ਉਹਨਾਂ ਦੇ ਸਰੀਰਕ ਕਿਰਿਆ ਦੇਖਦੇ ਹਾਂ, ਉਹਦੇ ਵਿੱਚ ਵੀ ਜੇਤਾ ਬੋਲਣ ਤੇਤਾ ਨਾਮ, ਜੋ ਕੁਝ ਉਹ ਬੋਲਦੇ ਹਨ ਉਹ ਵੀ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਹੁੰਦਾ ਹੈ।
ਇਸੇ ਪ੍ਰਕਾਰ ਹੀ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਉਹਨਾਂ ਦੇ ਮਨ ਤੇ ਤਨ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਹੀ ਰੰਗ ਜਿਹੜਾ ਉਹ ਝਲਕਦਾ ਹੈ। ਬਿਰਲਾ ਕਬੂ ਪਾਵੈ ਸੰਗ। ਸਤਿਗੁਰੂ ਜੀ ਕਹਿੰਦੇ ਹਨ ਐਸੀ ਸੰਗਤ ਨੂੰ ਬਿਰਲਾ ਕੋ ਪਾਵੇ, ਕੋਈ ਵਿਰਲਾ ਹੀ ਹੈ ਜਿਹੜਾ ਐਸੀ ਸਤ ਸੰਗਤ ਜਿੱਥੇ ਨਾਮ ਦੀ ਗੱਲ ਹੋਵੇ, ਜਿੱਥੇ ਬਾਣੀ ਦੀ ਗੱਲ ਹੋਵੇ, ਜਿੱਥੇ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਹੋਵੇ, ਉੱਥੇ ਕੋਈ ਵਿਰਲਾ ਹੀ ਹੈ ਜਿਹੜਾ ਆ ਕੇ ਬੈਠ ਕੇ ਤੇ ਜਿਹਦਾ ਮਨ ਲੱਗ ਜਾਏ। ਕਿਉਂਕਿ ਇਹ ਦੋ ਪ੍ਰਕਾਰ ਦੀ ਅਵਸਥਾ ਹੁੰਦੀ ਹੈ ਸਾਡੇ ਮਨ ਦੀ। ਜਦੋਂ ਆਪਾਂ ਸੰਗਤ ਕਰਦੇ ਹਾਂ, ਸੰਗਤ ਦੇ ਵਿੱਚ ਬੈਠਦੇ ਹਾਂ, ਇੱਕ ਤੇ ਸਾਡੇ ਮਨ ਦੀ ਇਹ ਅਵਸਥਾ ਹੁੰਦੀ ਹੈ ਕਿ ਹੁਣ ਸਮਾਪਤੀ ਕਦੋਂ ਹੋਏਗੀ, ਕਿ ਕਿਹੜਾ ਵੇਲਾ ਹੋਵੇ ਤੇ ਸਮਾਪਤੀ ਹੋਵੇ ਤੇ ਜਾਈਏ ਤੇ ਉੱਠੀਏ। ਦੂਸਰੀ ਅਵਸਥਾ ਇਹ ਹੁੰਦੀ ਹੈ ਕਿ ਸਾਡਾ ਉੱਠਣ ਦਾ ਜੀ ਨਾ ਕਰਨਾ, ਜੇ ਬਾਣੀ ਚੱਲ ਰਹੀ ਹੈ ਤੇ ਸੁਣੀ ਜਾਈਏ, ਉੱਠਣ ਦਾ ਮਨ ਨਾ ਕਰਨਾ। ਕੀਰਤਨ ਚੱਲ ਰਿਹਾ ਹੈ ਤੇ ਸੁਣਦੇ ਰਹੀਏ, ਉੱਠਣ ਨੂੰ ਮਨ ਨੇ ਜੀ ਨਾ ਕਰਨਾ। ਇਹ ਵੱਖਰੀ ਅਵਸਥਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੈ, ਬਿਰਲਾ ਕੋ ਪਾਵੈ ਸੰਗ। ਕੋਈ ਵਿਰਲਾ ਹੀ ਹੈ ਜਿਹੜਾ ਸ਼ਬਦ ਦਾ ਪ੍ਰੇਮੀ ਹੈ, ਨਾਮ ਦਾ ਰਸੀਆ ਹੈ, ਸੰਗਤ ਦੇ ਵਿੱਚ ਆ ਕੇ ਤੇ ਇਸ ਨਾਮ ਦੇ ਰਸ ਨੂੰ ਗ੍ਰਹਿਣ ਕਰਦਾ ਹੈ। ਏਕ ਬਸਤ ਦੀਜੈ ਕਰ ਮਾਇਆ। ਸਤਿਗੁਰੂ ਜੀ ਕਹਿੰਦੇ ਗੁਰੂ ਦੇ ਅੱਗੇ, ਪਰਮੇਸ਼ਰ ਦੇ ਅੱਗੇ ਇਦਾਂ ਬੇਨਤੀਆਂ ਕਰੀਏ ਕਿ ਇੱਕ ਵਸਤੂ ਜਿਹੜੀ ਹੈ ਉਹ ਸਾਨੂੰ ਕਿਰਪਾ ਕਰਕੇ, ਮਿਹਰ ਕਰਕੇ ਬਖਸ਼ਿਸ਼ ਕਰ ਦੇ। ਵਸਤੂਆਂ ਅਸੀਂ ਗੁਰੂ ਦੇ ਪਾਸੋਂ, ਪਰਮੇਸ਼ਰ ਦੇ ਪਾਸੋਂ ਬੇਅੰਤ ਮੰਗਦੇ ਹਨ। ਇਹ ਸੰਸਾਰ ਦੀਆਂ ਲੋੜਾਂ, ਸੰਸਾਰ ਦੀਆਂ ਵਸਤੂਆਂ ਮੰਗਦੇ ਰਹਿੰਦੇ ਹਾਂ, ਅਰਦਾਸਾਂ ਬੇਨਤੀਆਂ ਹੁੰਦੀਆਂ ਰਹਿੰਦੀਆਂ ਹਨ। ਸਤਿਗੁਰੂ ਜੀ ਕਿਹੜੀ ਚੀਜ਼ ਦਾ ਜ਼ਿਕਰ ਕਰਦੇ ਹਨ, ਉਹ ਸਤਿਗੁਰੂ ਜੀ ਅੱਗੇ ਦੱਸਦੇ ਹਨ। ਗੁਰ ਪ੍ਰਸਾਦ ਨਾਮ ਜਪ ਲਿਆ। ਇਹ ਪਰਮੇਸ਼ਰ ਵਾਹਿਗੁਰੂ ਗੁਰ ਪ੍ਰਸਾਦ, ਅਸੀਂ ਗੁਰੂ ਦੀ ਕਿਰਪਾ ਦੁਆਰਾ ਨਾਮ ਜਪ ਲਿਆ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਤੇਰਾ ਨਾਮ ਹੈ ਇਹਨੂੰ ਜਪ ਲਈਏ, ਇਹ ਸਾਡੇ ਤੇ ਮਿਹਰ ਕਰ ਦਿਓ। ਕਿਉਂਕਿ ਗੁਰੂ ਦੇ ਪਾਸੋਂ ਨਾਮ ਦੀ ਦਾਤ ਮੰਗਣੀ ਹੀ ਸਭ ਤੋਂ ਵੱਡੀ ਦਾਤ ਹੈ। ਜਿਵੇਂ ਸਿਆਣੇ ਲੋਕ ਕਹਿੰਦੇ ਹਨ ਕਿ ਹਾਥੀ ਦੀ ਪੈੜ 'ਚ ਸਭ ਪੈੜਾਂ ਆ ਜਾਂਦੀਆਂ, ਇਸੇ ਪ੍ਰਕਾਰ ਜਿਹਦੇ ਕੋਲੇ ਨਾਮ ਆ ਗਿਆ, ਪਰਮੇਸ਼ਰ ਦਾ ਨਾਮ ਦੀ ਦਾਤ ਜਿਸ ਨੂੰ ਪ੍ਰਾਪਤ ਹੋ ਗਈ, ਇਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ। ਇਹ ਸੰਸਾਰ ਦੇ ਸੁੱਖ, ਸੰਸਾਰ ਦੀਆਂ ਵਡਿਆਈਆਂ, ਸੰਸਾਰ ਦੀ ਮੋਹ ਮਾਇਆ, ਜੋ ਵੀ ਕੁਝ ਹੈ ਇਹ ਸਭ ਹੈ ਤੇ ਨਾਮ ਅਧੀਨ ਹੀ। ਇਸ ਕਰਕੇ ਗੁਰੂ ਕੇ ਸਿੱਖ ਜਿਹੜੇ ਹਨ ਉਹ ਨਾਮ ਦੀ ਪ੍ਰੀਤੀ ਕਰਦੇ ਹਨ, ਨਾਮ ਦੇ ਵਿੱਚ ਆਪਣੀ ਸੁਰਤ ਨੂੰ ਲਾਉਂਦੇ ਹਨ ਤੇ ਨਾਮ ਹੀ ਗੁਰੂ ਦੇ ਪਾਸੋਂ ਮੰਗਦੇ ਹਨ। ਇਹ ਪਰਮੇਸ਼ਰ ਵਾਹਿਗੁਰੂ ਤੁਸੀਂ ਕਿਰਪਾ ਕਰਕੇ ਜਿਹੜੀ ਇਹ ਨਾਮ ਦੀ ਵਸਤੂ ਹੈ ਇਹ ਸਾਡੇ ਤੇ ਬਖਸ਼ਿਸ਼ ਕਰਕੇ, ਮਿਹਰ ਕਰਕੇ ਸਾਨੂੰ ਬਖਸ਼ ਦਿਓ ਤੇ ਗੁਰੂ ਦੀ ਕਿਰਪਾ ਦੁਆਰਾ ਅਸੀਂ ਨਾਮ ਨੂੰ ਜਪਣ ਲੱਗ ਜਾਈਏ। ਤਾਂ ਕਿ ਉਪਮਾ ਕਹੀ ਨਾ ਜਾਏ। ਸਤਿਗੁਰੂ ਜੀ ਕਹਿੰਦੇ ਜਿਹੜਾ ਨਾਮ ਜਪਦਾ ਹੈ ਨਾ, ਉਹਦੀ ਮਹਿਮਾ ਕਥੀ ਨਹੀਂ ਜਾ ਸਕਦੀ, ਉਹਦੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸੰਸਾਰ ਦੇ ਵਿੱਚ ਸੋਭਾ ਨਾਮ ਦੀ ਹੀ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਬਚਨ ਆਉਂਦੇ ਹਨ, ਇਸ ਜਗ ਮਹਿ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ ਹੋਏ, ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਮਾਇਆ ਦੀ ਸੋਭਾ ਵਾਲੇ ਤੇ ਸੰਸਾਰ ਦੇ ਵਿੱਚ ਬੇਅੰਤ ਹੋਏ ਹਨ, ਪਰ ਅੱਜ ਉਹਨਾਂ ਦਾ ਨਾਮ ਕੋਈ ਨਹੀਂ ਲੈਂਦਾ। ਕਿਤਨੇ ਕੁ ਹੋਏ ਆ, ਕਿਤਨੇ ਕੁ ਚਲੇ ਗਏ ਆ, ਪਰ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੀ ਸੋਭਾ ਜੁਗਾਂ ਜੁਗਾਂ ਤੱਕ ਹੈ। ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਸਜੇ ਹੋਏ ਦੀਵਾਨ ਦੇ ਵਿੱਚ ਸਿੱਖਾਂ ਦੇ ਤਾਈਂ ਇਹ ਸਵਾਲ ਕਰ ਦਿੱਤਾ ਕਿ ਭਗਤ ਕਬੀਰ ਸਾਹਿਬ ਜੀ ਦੇ ਸਮੇਂ ਰਾਜਾ ਕਿਹੜਾ ਹੋਇਆ ਹੈ, ਕੋਈ ਦੱਸੋ ਉੱਠ ਕੇ। ਜਿਹੜੇ ਸਿੱਖ ਸਨ ਉਹ ਆਪੋ ਵਿੱਚ ਦੀ ਵਿਚਾਰਾਂ ਕਰਨ ਲੱਗ ਪਏ। ਕੋਈ ਕਵੇ ਸਿਕੰਦਰ ਲੋਧੀ ਹੋਇਆ ਹੈ, ਕੋਈ ਕਵੇ ਹੋਰ ਨਾਮ ਲਵੇ। ਇੱਦਾਂ ਉਹ ਜਦੋਂ ਕਾਫੀ ਸਮਾਂ ਵਿਚਾਰ ਵਟਾਂਦਰਾ ਕਰਦੇ ਰਹੇ ਪਰ ਕੋਈ ਨਿਰਣਾ ਨਾ ਹੋਇਆ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਸਿੱਖੋ ਨਿਰਣਾ ਨਹੀਂ ਹੋ ਰਿਹਾ, ਕਿਹੜਾ ਰਾਜਾ ਹੋਇਆ। ਇੱਕ ਦੂਸਰਾ ਕਹਿੰਦਾ ਹੈ, ਦੂਸਰਾ ਕਹਿੰਦਾ ਨਹੀਂ ਇਹ ਨਹੀਂ, ਇਹ ਹੋਇਆ ਹੈ, ਇੱਕ ਦੱਸੋ ਕਿਹੜਾ ਹੋਇਆ। ਕਹਿੰਦੇ ਮਹਾਰਾਜ ਇਹ ਤੇ ਨਹੀਂ ਦੱਸ ਸਕਦੇ। ਸਤਿਗੁਰੂ ਜੀ ਕਹਿੰਦੇ ਫਿਰ ਇਹ ਦੱਸੋ ਕਿ ਭਗਤ ਕਬੀਰ ਸਾਹਿਬ ਜੀ ਹੋਏ ਆ। ਕਹਿੰਦੇ ਜੀ ਇਹ ਤੇ ਸਾਰਿਆਂ ਨੂੰ ਪਤਾ ਵੀ ਹੋਏ ਆ।
ਫਿਰ ਸਤਿਗੁਰੂ ਜੀ ਕਹਿੰਦੇ ਕਾਰਨ ਕੀ ਹੈ ਦੋਹਾਂ ਦੇ ਵਿੱਚ। ਭਗਤ ਕਬੀਰ ਸਾਹਿਬ ਜੀ ਨੂੰ ਦੁਨੀਆ ਜਾਣਦੀ ਹੈ, ਸਾਰਾ ਜੱਗ ਜਾਣਦਾ ਹੈ, ਪਰ ਰਾਜਾ ਦੇਖੋ, ਹੁਣ ਇੱਕ ਰਾਜਾ ਹੋਵੇ, ਅਜੋਕੇ ਸਮੇਂ ਦੀ ਉਦਾਹਰਨ ਵੇਖੋ ਕਿ ਜਿਹੜਾ ਰੱਬ ਦੀ ਭਗਤੀ ਕਰਨ ਵਾਲਾ ਹੈ ਉਹਨੂੰ ਕਿੰਨੇ ਕੁ ਲੋਕ ਜਾਣਦੇ ਆ, ਪਰ ਦੂਸਰੇ ਬੰਨੇ ਜਿਹੜਾ ਮੌਕੇ ਦਾ ਹੁਣ ਰਾਜਾ ਹੈ ਉਹਨੂੰ ਕਿੰਨੇ ਜੋ ਸਾਰੇ ਜਾਣਦੇ ਆ। ਸਤਿਗੁਰੂ ਜੀ ਕਹਿੰਦੇ ਇਹ ਨਾਮ ਦੀ ਹੀ ਮਹਿਮਾ ਹੈ, ਨਾਮ ਦੀ ਵਡਿਆਈ ਹੈ। ਭਗਤ ਕਬੀਰ ਸਾਹਿਬ ਜੀ ਨੇ ਨਾਮ ਜਪਿਆ ਤੇ ਸੰਸਾਰ ਦੇ ਵਿੱਚ ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਨਾਮ ਜਪਿਆ ਹੈ ਨਾ ਪਰਮੇਸ਼ਰ ਦਾ, ਉਹਨਾਂ ਦੀ ਮਹਿਮਾ, ਉਹਨਾਂ ਦਾ ਜਸ, ਉਹਨਾਂ ਦੀ ਵਡਿਆਈ ਕਹੀ ਨਹੀਂ ਜਾ ਸਕਦੀ। ਨਾਨਕ ਰਹਿਆ ਸਰਬ ਸਮਾਏ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ ਕਿ ਨਾਮ ਕਿਸ ਦਾ ਜਪਿਆ ਹੈ, ਜੋ ਰਹਿਆ ਸਰਬ ਸਮਾਏ, ਜੋ ਸਾਰੀਆਂ ਹੀ ਥਾਵਾਂ ਦੇ ਵਿੱਚ ਕਣ ਕਣ ਦੇ ਵਿੱਚ ਹੀ ਸਮਾ ਰਿਹਾ ਹੈ, ਕਣ ਕਣ ਦੇ ਵਿੱਚ ਹੀ ਉਹੀ ਮਿਲਿਆ ਹੋਇਆ ਹੈ, ਸਭ ਦੇ ਵਿੱਚ ਉਹੀ ਜੋਤ ਰੂਪ ਹੋ ਕੇ ਵਰਤ ਰਿਹਾ ਹੈ। ਉਸ ਨੂੰ ਜਿਨ੍ਹਾਂ ਨੇ ਜਪਿਆ ਹੈ। ਰੱਬ ਬਖਸ਼ੰਦ ਦੀਨ ਦਇਆਲ। ਸਤਿਗੁਰੂ ਜੀ ਅੱਗੇ ਬਚਨ ਕਰਦੇ ਹਨ, ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਕੈਸਾ ਹੈ। ਉਹ ਪਰਮੇਸ਼ਰ ਵਾਹਿਗੁਰੂ ਬਖਸ਼ੰਦ ਹੈ, ਉਹ ਕੀਤੇ ਹੋਏ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ ਤੇ ਦੀਨਾਂ ਤੇ ਕਿਰਪਾਲਤਾ ਕਰਨ ਵਾਲਾ ਹੈ, ਦੀਨਾਂ ਤੇ ਦਿਆਲਤਾ ਕਰਨ ਵਾਲਾ ਹੈ। ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਸਾਰੇ ਹੀ ਸਾਡੇ ਕੀਤੇ ਹੋਏ ਪਾਪਾਂ ਨੂੰ ਬਖਸ਼ਣ ਵਾਲਾ ਹੈ। ਇਸੇ ਕਰਕੇ ਉਸ ਦਾ ਨਾਮ ਪਤਿਤ ਪੁਨੀਤ ਹੈ। ਪਤਿਤ ਨਾਮ ਹੁੰਦਾ ਪਾਪੀਆਂ ਦਾ, ਪੁਨੀਤ ਨਾਮ ਹੁੰਦਾ ਪਵਿੱਤਰਤਾ, ਜਿਹੜਾ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਜਿਸ ਨੇ ਸੰਸਾਰ ਦੇ ਵਿੱਚ ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੂਤਾ। ਇਸ ਪ੍ਰਕਾਰ ਜਿਹੜੇ ਵੱਡੇ ਵੱਡੇ ਪਾਪੀ ਸੀ, ਜਿਨ੍ਹਾਂ ਨੇ ਇੰਨੇ ਪਾਪ ਰੂਪ ਕਰਮ ਕੀਤੇ ਸੀ, ਉਹ ਵੀ ਉਸ ਪਰਮੇਸ਼ਰ ਨੇ ਪਵਿੱਤਰ ਕਰ ਦਿੱਤੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਪ੍ਰਭੂ ਪਰਮੇਸ਼ਰ ਵਾਹਿਗੁਰੂ ਬਖਸ਼ੰਦ ਪਿਤਾ ਹੈ, ਦੀਨਾਂ ਤੇ ਦਿਆਲਤਾ ਕਰਨ ਵਾਲਾ ਹੈ। ਭਗਤ ਵਸ਼ਲ ਸਦਾ ਕਿਰਪਾਲ। ਫਿਰ ਉਹ ਪਰਮੇਸ਼ਰ ਵਾਹਿਗੁਰੂ ਭਗਤ ਵਸ਼ਲ, ਭਗਤਾਂ ਦਾ ਪਿਆਰਾ ਹੈ ਤੇ ਸਦਾ ਹੀ ਕਿਰਪਾਲਾ, ਕਿਰਪਾ ਦਾ ਘਰ ਹੈ, ਕਿਰਪਾ ਕਰਨ ਵਾਲਾ ਹੈ। ਭਗਤ ਉਸ ਨੂੰ ਪਿਆਰੇ ਲੱਗਦੇ ਹੈ। ਸੰਸਾਰ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਦਾ ਪਿਆਰਾ ਬਣ ਕੇ ਰਹਿੰਦਾ ਹੈ। ਅਨਾਥ ਨਾਥ ਗੋਬਿੰਦ ਗੋਪਾਲ। ਫਿਰ ਉਹ ਪਰਮੇਸ਼ਰ ਵਾਹਿਗੁਰੂ ਅਨਾਥ ਨਾਥ, ਜਿਨ੍ਹਾਂ ਦਾ ਕੋਈ ਨਾਥ ਨਹੀਂ ਹੈ, ਕੋਈ ਮਾਲਕ ਨਹੀਂ ਹੈ, ਉਹਨਾਂ ਦਾ ਸੁਆਮੀ, ਉਹਨਾਂ ਦਾ ਰਾਖਾ ਉਹ ਪਰਮੇਸ਼ਰ ਵਾਹਿਗੁਰੂ ਆਪ ਬਣਦਾ ਹੈ। ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਨੇ ਬਚਨ ਲਿਖੇ ਹਨ, ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਹਦਾ ਕੋਈ ਆਸਰਾ ਨਹੀਂ ਹੈ, ਉਹਦਾ ਆਸਰਾ ਧੰਨ ਗੁਰੂ ਕਲਗੀਧਰ ਮਹਾਰਾਜ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ, ਅਨਾਥ ਨਾਥ ਗੋਬਿੰਦ ਗੋਪਾਲ। ਇਸੇ ਪ੍ਰਕਾਰ ਹੀ ਜਿਹੜਾ ਗੋ ਨਾਮ ਧਰਤੀ ਦੀ ਬਿੰਦ ਪਾਲਣਾ ਕਰਨ ਵਾਲਾ, ਗੋ ਨਾਮ ਇੰਦਰੀਆਂ ਦੀ ਪਾਲਣਾ ਕਰਨ ਵਾਲਾ ਜੋ ਗੋਪਾਲ ਹੈ, ਉਹ ਪਰਮੇਸ਼ਰ ਵਾਹਿਗੁਰੂ ਹੀ ਸਭ ਦਾ ਨਾਥ ਸੁਆਮੀ ਮਾਲਕ ਹੈ। ਸਰਬ ਘਟਾ ਕਰਤ ਪ੍ਰਤਪਾਲ। ਜਿਹੜਾ ਸਾਰਿਆਂ ਦੀ ਹੀ ਵੱਖੋ ਵੱਖਰੀ ਪ੍ਰਤਪਾਲ ਕਹੀਏ ਪਾਲਣਾ ਕਰ ਰਿਹਾ ਹੈ, ਸਭ ਦੀ ਹੀ ਵਿਸ਼ੇਸ਼ ਕਰਕੇ ਉਹ ਪਾਲਣਾ ਉਹੀ ਕਰ ਰਿਹਾ ਹੈ। ਜਿੱਦਾਂ ਦੀ ਕਿਸੇ ਦੀ ਖੁਰਾਕ ਹੈ, ਉੱਦਾਂ ਦੀ ਉਸ ਨੇ ਬਣਾ ਦਿੱਤੀ ਹੈ। ਸਭ ਦੀ ਹੀ ਪਾਲਣਾ ਪੋਸ਼ਣਾ ਰਿਜ਼ਕ ਦਾਤਾ ਬਣ ਕੇ ਉਹ ਕਰ ਰਿਹਾ ਹੈ। ਆਦ ਪੁਰਖ ਕਾਰਨ ਕਰਤਾਰ। ਸਤਿਗੁਰੂ ਜੀ ਬਚਨ ਕਰਦੇ ਹਨ, ਆਦ ਪੁਰਖ ਕਾਰਨ ਕਰਤਾਰ। ਉਹ ਪਰਮੇਸ਼ਰ ਵਾਹਿਗੁਰੂ ਆਦੀ ਰੂਪ, ਮੁੱਢ ਰੂਪ ਹੈ ਸਭ ਦਾ, ਪੁਰਖ ਵਿਆਪਕ ਸਰੂਪ ਹੈ। ਜਿੰਨੇ ਵੀ ਕਾਰਨ ਹਨ ਉਹਨਾਂ ਨੂੰ ਕਰਤਾਰ ਕਹੀਏ, ਕਰਨ ਵਾਲਾ ਹੈ। ਜਿਵੇਂ ਇੱਕ ਕਾਰਨ ਹੁੰਦੇ ਹਨ, ਇੱਕ ਕਾਰਜ ਹੁੰਦੇ ਹਨ। ਕਾਰਜ ਜਿਹੜੇ ਹਨ ਉਹਨਾਂ ਦੇ ਪਹਿਲਾਂ ਕਾਰਨ ਬਣਦੇ ਹਨ, ਉਹਨਾਂ ਕਾਰਨਾਂ ਨੂੰ ਬਣਾਉਣ ਵਾਲਾ ਵੀ ਉਹ ਆਪ ਹੀ ਹੈ, ਤੇ ਉਹਨਾਂ ਕਾਰਨਾਂ ਤੋਂ ਜਿਹੜੇ ਕਾਰਜ ਅੱਗੇ ਬਣਦੇ ਆ ਉਹਨਾਂ ਨੂੰ ਵੀ ਕਰਨ ਵਾਲਾ ਉਹ ਆਪ ਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਸਭ ਦੀ ਆਦ, ਸਭ ਦੀ ਮੁੱਢ ਤੇ ਪੁਰਖ ਵਿਆਪਕ ਸਰੂਪ, ਜਾਂ ਇਸੇ ਪ੍ਰਕਾਰ ਪੁਰਖ ਦਾ ਅਰਥ ਕੀਤਾ ਜਾਂਦਾ ਹੈ ਪੁਰੀ ਪੁਰੀ ਬਸੰਤਾ ਸਪੁਰਖਾ। ਜਿਹੜਾ ਇਹ ਦੇਹਾਂ ਰੂਪੀ ਪੁਰੀਆਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੋਤ ਰੂਪ ਹੋ ਕੇ ਵਰਤ ਰਿਹਾ ਹੈ, ਐਸਾ ਪੁਰਖ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹੀ ਸਭ ਦੀ ਆਦ ਤੇ ਮੁੱਢ ਹੈ। ਭਗਤ ਜਨਾਂ ਕੇ ਪ੍ਰਾਣ ਆਧਾਰ। ਉਹ ਪਰਮੇਸ਼ਰ ਵਾਹਿਗੁਰੂ ਭਗਤ ਜਨਾਂ ਦੇ ਪ੍ਰਾਣਾਂ ਦਾ ਆਸਰਾ ਹੈ। ਜਿਹੜੇ ਭਗਤ ਜਨ ਹਨ ਉਹ ਉਸ ਨੂੰ ਆਪਣਾ ਪ੍ਰਾਣਾਂ ਦਾ ਆਸਰਾ ਸਮਝਦੇ ਹੈ।
ਜਿਵੇਂ ਭਗਤਾਂ ਨੂੰ ਸਵਾਲ ਹੋਇਆ ਕਿ ਤੁਸੀਂ ਕਿਸ ਨੂੰ ਮੰਨਦੇ ਹੋ, ਹਿੰਦੂ ਹੋ ਕਿ ਮੁਸਲਮਾਨ ਹੋ, ਤਾਂ ਭਗਤਾਂ ਨੇ ਜਵਾਬ ਦਿੱਤਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹ ਰਾਮ ਕੇ ਪਿੰਡ ਪ੍ਰਾਣ। ਕਿ ਜਿਹੜਾ ਇਹ ਹਿੰਦੂ ਦਾ ਸਰੀਰ ਹੈ ਚਾਹੇ ਮੁਸਲਮਾਨ ਦਾ ਸਰੀਰ ਹੈ, ਉਹਦੇ ਵਿੱਚ ਜਿਹੜੇ ਪ੍ਰਾਣ ਚੱਲਦੇ ਹੈ, ਉਹਨਾਂ ਪ੍ਰਾਣਾਂ ਦਾ ਜਿਹੜਾ ਆਸਰਾ ਹੈ ਉਸ ਨੂੰ ਅਸੀਂ ਮੰਨਦੇ ਹਾਂ। ਹੁਣ ਉਹ ਸਾਰਿਆਂ ਦੇ ਵਿੱਚ ਹੀ ਹੈ, ਹਿੰਦੂ ਦੇ ਵਿੱਚ ਵੀ ਉਹੀ ਹੈ, ਮੁਸਲਮਾਨ ਦੇ ਵਿੱਚ ਵੀ ਉਹੀ ਹੈ। ਸਭ ਦੇ ਸਵਾਸਾਂ ਰੂਪੀ ਡੋਰ ਜਿਹੜੀ ਹੈ ਉਹ ਉਸੇ ਕਰਤੇ ਵਾਹਿਗੁਰੂ ਦੇ ਹੱਥ ਹੀ ਹੈ, ਜਿਹੜਾ ਸਭ ਦੇ ਸਵਾਸਾਂ ਨੂੰ ਚਲਾ ਰਿਹਾ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ, ਭਗਤ ਜਨਾਂ ਕੇ ਪ੍ਰਾਣ ਆਧਾਰ। ਜਿਹੜਾ ਪ੍ਰਾਣਾਂ ਦਾ ਆਸਰਾ ਹੈ ਨਾ, ਭਗਤ ਜਨ ਜਿਹੜੇ ਹਨ ਉਸੇ ਨੂੰ ਜਪਦੇ ਹਨ, ਧਿਆਉਂਦੇ ਹਨ। ਜੋ ਜੋ ਜਪੈ ਸੋ ਹੋਏ ਪੁਨੀਤ। ਸਤਿਗੁਰੂ ਜੀ ਬਚਨ ਕਰਦੇ ਹਨ, ਜੋ ਜੋ ਜਪੈ, ਜਿਹੜਾ ਜਿਹੜਾ ਵੀ ਜਪਦਾ ਹੈ ਹੋਏ ਪੁਨੀਤ। ਉਹ ਪੁਨੀਤ ਤੋਂ ਕਹੀਏ ਪਵਿੱਤਰ ਹੋ ਜਾਂਦਾ ਹੈ। ਜਿਸ ਨੇ ਵੀ ਨਾਮ ਜਪਿਆ ਹੈ ਉਹ ਪਵਿੱਤਰ ਹੋ ਗਿਆ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਾਨੈ। ਕਿ ਜਿਸ ਨੂੰ ਲੋਕ ਕਹਿੰਦੇ ਸਨ ਕਿ ਇਹ ਤੇ ਨੀਚ ਹੈ, ਇਹ ਤੇ ਨੀਵਾਂ ਹੈ, ਕੋਈ ਜਿਸ ਦੀ ਜਾਣ ਪਛਾਣ ਨਹੀਂ ਸੀ, ਪਰ ਜਿਸ ਨੇ ਨਾਮ ਜਪ ਲਿਆ, ਨਾਮ ਦੇ ਲੜ ਜਿਹੜਾ ਲੱਗ ਗਿਆ, ਉਹਦੀ ਜੈ ਜੈਕਾਰ ਚੌਹਾਂ ਚੱਕਾਂ ਦੇ ਵਿੱਚ ਹੋਣ ਲੱਗ ਪਈ। ਇਸ ਕਰਕੇ ਸਤਿਗੁਰੂ ਜੀ ਦੇ ਬਚਨ ਆਉਂਦੇ ਹਨ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਜਿਸ ਨੇ ਵੀ ਪਰਮੇਸ਼ਰ ਦੇ ਰਾਮ ਦਾ ਨਾਮ ਜਪਿਆ ਹੈ ਉਹਦੇ ਸਾਰੇ ਕਲੰਕ ਲਹਿ ਗਏ। ਕਿਹਦਾ ਕਲੰਕ? ਸਤਿਗੁਰੂ ਜੀ ਕਹਿੰਦੇ ਰਹਿ ਗਿਆ ਜਿਸ ਨੇ ਨਾਮ ਜਪਿਆ ਹੋਵੇ ਤੇ ਉਹਦਾ ਜੀਵਨ ਸਫਲ ਨਾ ਹੋਇਆ ਹੋਵੇ, ਜਿਸ ਨੇ ਨਾਮ ਦੀ ਅਰਾਧਨਾ ਕੀਤੀ ਹੋਵੇ ਤੇ ਉਹਦੇ ਜੀਵਨ ਦੇ ਵਿੱਚ ਤਬਦੀਲੀ ਨਾ ਆਈ ਹੋਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਸ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਉਹ ਪੁਨੀਤ ਪਵਿੱਤਰ ਹੋ ਗਿਆ ਹੈ। ਮਨ ਕਰਕੇ, ਤਨ ਕਰਕੇ, ਬਾਣੀ ਕਰਕੇ ਉਹਦੇ ਵਿੱਚ ਪਵਿੱਤਰਤਾ ਵਸ ਜਾਂਦੀ ਹੈ। ਭਗਤ ਭਾਏ ਲਾਵੈ ਮਨ ਹੀਤ। ਸਤਿਗੁਰੂ ਜੀ ਕਹਿੰਦੇ ਜਿਹੜਾ ਪ੍ਰੇਮਾ ਭਗਤੀ ਦੇ ਵਿੱਚ ਹਿਤ ਕਹੀਏ ਆਪਣਾ ਪ੍ਰੇਮ ਲਾਉਂਦਾ ਹੈ। ਕਿਉਂਕਿ ਭਗਤੀ ਦੇ ਵਿੱਚ ਜੇ ਪ੍ਰੇਮ ਨਾ ਹੋਵੇ ਤੇ ਫਿਰ ਭਗਤੀ ਜਿਹੜੀ ਸੰਭਵ ਨਹੀਂ ਹੁੰਦੀ। ਇਸ ਕਰਕੇ ਸਤਿਗੁਰਾਂ ਨੇ ਪ੍ਰੇਮ ਜਿਹੜਾ ਹੈ ਉਹ ਸ਼੍ਰੋਮਣੀ ਦੱਸਿਆ ਹੈ। ਭਗਤੀ ਦੇ ਵਿੱਚ ਸਭ ਤੋਂ ਸ਼੍ਰੋਮਣੀ ਚੀਜ਼ ਪ੍ਰੇਮ ਹੀ ਹੈ। ਪ੍ਰੇਮ ਕਰਨ ਵਾਲਾ ਹੀ ਪਰਮੇਸ਼ਰ ਵਾਹਿਗੁਰੂ ਨੂੰ ਪਿਆਰਾ ਲੱਗਦਾ ਹੈ। ਇਸ ਕਰਕੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਵੀ ਬਚਨ ਕਹੇ ਹਨ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਪ੍ਰੇਮਾ ਭਗਤੀ ਦੁਆਰਾ ਹੀ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਵੀ ਬਚਨ ਆਉਂਦੇ ਹਨ, ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਭਾਏ ਹਰ ਦੇਵਾ। ਪੁਰਾਤਨ ਸਮੇਂ ਦੇ ਵਿੱਚ ਜਿਹੜੇ ਭਗਤ ਹੋਏ ਹਨ, ਸਤਜੁਗ ਆਦਿਕ ਦੇ ਵਿੱਚ ਉਹਨਾਂ ਦੇ ਜੀਵਨ ਪੜ੍ਹ ਲਓ। ਭਗਤ ਪ੍ਰਹਿਲਾਦ ਜੀ, ਭਗਤ ਧਰੂਵ ਜੀ ਸਤਜੁਗ ਦੇ ਵਿੱਚ ਹੋਏ ਤੇ ਉਹਨਾਂ ਦੇ ਜੀਵਨ ਦੇ ਵਿੱਚ ਕੀ ਹੈ? ਪ੍ਰੇਮਾ ਭਗਤੀ ਸ਼੍ਰੋਮਣੀ ਹੈ। ਇਸੇ ਕਰਕੇ ਸਤਿਗੁਰਾਂ ਨੇ ਇਹ ਪਾਵਨ ਬਾਣੀ ਦੇ ਅੰਦਰ ਬਚਨ ਵੀ ਕਹਿ ਦਿੱਤੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਇਸ ਕਰਕੇ ਪ੍ਰੇਮ ਦੁਆਰਾ ਕੀਤੀ ਹੋਈ ਭਗਤੀ ਜਿਹੜੀ ਹੈ ਉਹ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਕਬੂਲ ਹੁੰਦੀ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਭਗਤ ਦਾ ਜ਼ਿਕਰ ਜਦੋਂ ਆਉਂਦਾ ਹੈ ਤੇ ਇਸੇ ਪ੍ਰਕਾਰ ਹੀ ਭਗਵਾਨ ਕ੍ਰਿਸ਼ਨ ਜੀ ਦੀ ਇੱਕ ਉਦਾਹਰਣ ਆਉਂਦੀ ਹੈ ਕਿ ਜਦੋਂ ਭਗਵਾਨ ਕ੍ਰਿਸ਼ਨ ਜੀ ਦੁਰਯੋਧਨ ਦੇ ਦਰਬਾਰ ਦੇ ਵਿੱਚ ਗਏ ਤੇ ਇਸ ਨੇ ਜਦੋਂ ਦੁਰਯੋਧਨ ਨੇ ਵੇਖਿਆ ਵੀ ਮੈਂ ਤੇ ਰਾਜਾ ਹਾਂ, ਇਸ ਕਰਕੇ ਇਹ ਮੇਰੇ ਕੋਲ ਆ ਰਹੇ ਹਨ ਤੇ ਸਤਿਕਾਰ ਨਹੀਂ ਕੀਤਾ ਤੇ ਉੱਠ ਕੇ ਆਪਣੇ ਘੋੜਿਆਂ ਵਾਲੇ ਤਬੇਲੇ ਨੂੰ ਚਲਿਆ ਗਿਆ। ਤੇ ਭਗਵਾਨ ਕ੍ਰਿਸ਼ਨ ਜੀ ਨੇ ਦੇਖਿਆ ਵੀ ਇਸ ਨੇ ਕੋਈ ਇਹਦੇ ਅੰਦਰ ਪ੍ਰੇਮਾ ਭਗਤੀ ਨਹੀਂ ਹੈ, ਕੋਈ ਪ੍ਰੇਮ ਨਹੀਂ ਹੈ, ਤੇ ਬਿਦਰ ਦੇ ਘਰ ਦੇ ਵਿੱਚ ਚਲੇ ਗਏ, ਝੌਂਪੜੀ ਦੇ ਵਿੱਚ ਚਲੇ ਗਏ, ਕੁੱਲੀ ਦੇ ਵਿੱਚ ਚਲੇ ਗਏ ਤੇ ਉੱਥੇ ਕੀ ਕੀਤਾ? ਬਿਦਰ ਨੇ ਅਲੂਣਾ ਸਾਗ ਸੀ ਜਿਹੜਾ ਉਹ ਖਵਾਇਆ ਤੇ ਬੜੇ ਪ੍ਰੇਮ ਦੇ ਨਾਲ ਛਕਿਆ। ਤੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਹਨ, ਸਤਿਗੁਰੂ ਜੀ ਕਹਿੰਦੇ ਹਨ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਕਿ ਤੂੰ ਤੇ ਹਾਥੀ ਘੋੜਿਆਂ ਦੇ ਵਿੱਚ ਹੀ ਮਸਤ ਹੋ ਗਿਆ, ਤੂੰ ਤੇ ਪ੍ਰੇਮਾ ਭਗਤੀ ਨੂੰ ਜਾਣਦਾ ਹੀ ਨਹੀਂ ਕੁਝ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਪ੍ਰੇਮਾ ਭਗਤੀ ਕਰਕੇ ਹੀ ਇਸ ਜੀਵਨ ਦੇ ਵਿੱਚ ਸਫਲਤਾ ਹੁੰਦੀ ਹੈ। ਹਮ ਨਿਰਗੁਣ ਯਾਰ ਨੀਚ ਅਜਾਨ। ਇਦਾਂ ਸਤਿਗੁਰੂ ਜੀ ਕਹਿੰਦੇ ਹਨ, ਬਚਨ ਕਰੋ ਹਮ ਨਿਰਗੁਣ ਨੀਚ ਅਜਾਨ। ਗੁਰੂ ਦੇ ਅੱਗੇ ਬੇਨਤੀਆਂ ਕਰੋ ਕਿ ਹੇ ਪਰਮੇਸ਼ਰ ਵਾਹਿਗੁਰੂ, ਸਤਿਗੁਰੂ ਜੀ ਅਸੀਂ ਤੇ ਨਿਰਗੁਣ ਹਾਰੇ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ ਹੈ।
ਅਸੀਂ ਤੇ ਨੀਚ ਹਾਂ, ਅਸੀਂ ਤੇ ਅਜਾਣ ਬੇਸਮਝ ਹਾਂ, ਸਾਨੂੰ ਸਮਝ ਵੀ ਕੋਈ ਨਹੀਂ ਹੈ। ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਇਸ ਕਰਕੇ हे ਪਰਮੇਸ਼ਰ ਵਾਹਿਗੁਰੂ, ਖਟ ਭਗਾ ਸਪੰਨ ਜੋ ਭਗਵਾਨ ਪਰਮੇਸ਼ਰ ਵਾਹਿਗੁਰੂ ਹੋ, ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਪਏ ਹੋਏ ਹਾਂ ਤੇ ਸ਼ਰਨ ਪਏ ਦੀ ਤੁਸੀਂ ਲੱਜਿਆ ਰੱਖਦੇ ਹੋ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੋ ਪ੍ਰਭੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪਏ ਰਹਿਣਾ ਚਾਹੀਦਾ ਹੈ। ਸਰਬ ਬੈਕੁੰਠ ਮੁਕਤ ਮੋਖ ਪਾਏ। ਅੱਗੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਸਾਰੀਆਂ ਹੀ ਜਿਹੜੀਆਂ ਸਰਬ ਬੈਕੁੰਠ ਮੁਕਤ ਮੋਖ ਪਾਏ। ਬੈਕੁੰਠ ਦੀਆਂ ਮੁਕਤੀਆਂ ਮੰਨੀਆਂ ਹਨ ਵਿਦਵਾਨਾਂ ਨੇ 4 ਪ੍ਰਕਾਰ ਦੀਆਂ, ਸ਼ਲੋਕ, ਸਰੂਪ, ਸਮੀਪ, ਸਜੁਜ। ਇਸੇ ਪ੍ਰਕਾਰ ਹੀ ਜਿਹੜੀ ਕੇਵਲ ਮੁਕਤੀ ਹੈ, ਜਿਹੜੀ ਸ਼੍ਰੋਮਣੀ ਹੈ। ਕੇਵਲ ਮੁਕਤੀ ਦਾ ਲੱਛਣ ਕੀ ਹੈ? ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਸ ਮੁਕਤੀ ਦੇ ਵਿੱਚ ਪਰਮੇਸ਼ਰ ਦੇ ਵਿੱਚ ਤੇ ਜੀਵ ਦੇ ਵਿੱਚ ਕੋਈ ਫਰਕ ਨਾ ਰਵੇ, ਪੂਰਨ ਰੂਪ ਦੇ ਵਿੱਚ ਅਭੇਦਤਾ ਹੋਵੇ, ਇੱਕ ਰੂਪ ਬਣ ਜਾਵੇ, ਉਹ ਕੇਵਲ ਮੁਕਤੀ ਮੋਕਸ਼ ਮੰਨਿਆ ਹੈ। ਸਤਿਗੁਰੂ ਜੀ ਕਹਿੰਦੇ ਇਹ ਸਾਰੇ ਪ੍ਰਕਾਰ ਦੀਆਂ ਜੋ ਸਵਰਗ ਦੀਆਂ ਬੈਕੁੰਠ ਦੀਆਂ ਮੁਕਤੀਆਂ ਮੰਨੀਆਂ ਹਨ, ਇਸੇ ਪ੍ਰਕਾਰ ਜਿਹੜੀ ਕੇਵਲ ਮੁਕਤੀ ਮੰਨੀ ਹੈ ਉਹ ਵੀ ਪ੍ਰਾਪਤ ਹੋ ਜਾਂਦੀ ਹੈ। ਏਕ ਨਿਮਖ ਹਰ ਕੇ ਗੁਣ ਗਾਏ। ਸਤਿਗੁਰੂ ਜੀ ਕਹਿੰਦੇ ਜੇ ਕੋਈ ਏਕ ਨਿਮਖ ਹਰ ਕੇ ਗੁਣ ਗਾਏ, ਨਿਮਖ ਹੁੰਦਾ ਹੈ ਬੜਾ ਹੀ ਥੋੜਾ ਸਮਾਂ, ਅੱਖ ਦੇ ਖੋਲਣ ਤੇ ਬੰਦ ਜਿੰਨਾ ਸਮਾਂ ਉਸ ਨੂੰ ਨਿਮਖ ਕਹਿੰਦੇ ਹਨ। ਜੇ ਕੋਈ ਇੰਨੇ ਸਮੇਂ ਦੇ ਵਾਸਤੇ ਵੀ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰ ਲਵੇ, ਹਰ ਗੁਣ ਗਾਏ, ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਲਵੇ ਤੇ ਗਾਉਂਦਿਆਂ ਗਾਉਂਦਿਆਂ ਉਹਦੀ ਐਸੀ ਅਵਸਥਾ ਬਣ ਜਾਏ ਕਿ ਪਰਮੇਸ਼ਰ ਦੇ ਨਾਮ ਦੇ ਰਸ ਦੇ ਵਿੱਚ ਲੀਨ ਹੋ ਜਾਏ, ਤੇ ਸਤਿਗੁਰੂ ਜੀ ਕਹਿੰਦੇ ਇਹ ਸਾਰੀਆਂ ਮੁਕਤੀਆਂ ਸਵਰਗ ਦੀਆਂ, ਸਲੂਕ, ਸਰੂਪ, ਸਮੁਜੁਜ, ਇਹ 4 ਪ੍ਰਕਾਰ ਦੀਆਂ ਮੰਨੀਆਂ ਹਨ। ਇਹਨਾਂ ਦੇ ਵੱਖੋ ਵੱਖਰੇ ਭੇਦ ਹਨ, ਇਸ ਕਰਕੇ ਸੀਮਤ ਸਮਾਂ ਹੈ ਆਪਣੇ ਕੋਲ। ਸੋ ਇਸ ਪ੍ਰਕਾਰ ਜਿਹੜੀ ਕੇਵਲ ਮੁਕਤੀ ਮੰਨੀ ਹੈ ਉਹਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਅਨਕ ਰਾਜ ਭੋਗ ਵਡਿਆਈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਅਨੇਕਾਂ ਤਰ੍ਹਾਂ ਦਾ ਰਾਜ ਭਾਗ ਹੈ, ਭੋਗ ਪਦਾਰਥ ਹਨ, ਸੰਸਾਰ ਦੀ ਵਡਿਆਈ ਹੈ, ਪ੍ਰਭਤਾ ਹੈ। ਹਰ ਕੇ ਨਾਮ ਕੀ ਕਥਾ ਮਨ ਭਾਈ। ਸਤਿਗੁਰੂ ਜੀ ਕਹਿੰਦੇ ਹਰ ਕੇ ਨਾਮ ਕੀ ਕਥਾ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਦੇ ਨਾਮ ਦੀ ਕਥਾ ਮਨ ਦੇ ਵਿੱਚ ਭਾ ਜਾਏ, ਚੰਗੀ ਲੱਗਣ ਲੱਗ ਜਾਏ, ਇਸ ਸੁਖ ਦੇ ਬਰਾਬਰ ਸਤਿਗੁਰੂ ਜੀ ਕਹਿੰਦੇ ਇੱਕ ਬੰਨੇ ਤੇ ਕੋਈ ਰਾਜ ਭਾਗ ਕਰੇ, ਇਹ ਰਾਜ ਦੇ ਸੁੱਖਾਂ ਨੂੰ ਭੋਗੇ, ਆਪਣੀ ਵਡਿਆਈ ਦਾ ਸੁੱਖ ਭੋਗੇ, ਦੂਸਰੇ ਬੰਨੇ ਹਰੀ ਪਰਮੇਸ਼ਰ ਦੇ ਨਾਮ ਦੀ ਕਥਾ ਸੁਣ ਲਵੇ। ਇਹ ਜਿਹੜੀ ਨਾਮ ਦੀ ਕਥਾ ਦਾ ਸੁੱਖ ਹੈ ਇਹ ਉਹਦੇ ਤੋਂ ਵੀ ਵੱਧ ਕੇ ਹੈ। ਬਹੁ ਭੋਜਨ ਕਾ ਪਰ ਸੰਗੀਤ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਕੋਈ ਤਰ੍ਹਾਂ ਤਰ੍ਹਾਂ ਦੇ ਭੋਜਨ ਛਕ ਲਵੇ, ਮਿੱਠੇ, ਸਲੂਣੇ, ਖੱਟ ਮਿੱਠੇ, ਤਰ੍ਹਾਂ ਤਰ੍ਹਾਂ ਦੇ ਛੇ ਰਸ ਭੋਗ ਲਵੇ, ਤਰ੍ਹਾਂ ਤਰ੍ਹਾਂ ਦੇ ਕੱਪੜੇ ਜਿਹੜੇ ਹਨ ਇਹ ਸਰੀਰ ਦੇ ਉੱਤੇ ਰੇਸ਼ਮ ਦਾ, ਪਸ਼ਮੀਨੇ ਦਾ ਵੱਖੋ ਵੱਖਰੇ ਹੰਢਾ ਲਵੇ, ਤਰ੍ਹਾਂ ਤਰ੍ਹਾਂ ਦੇ ਸੰਗੀਤ, ਬੰਦਸ਼ਾਂ, ਅਲੰਕਾਰ ਇਹ ਸਿੱਖ ਲਵੇ, ਗਾ ਲਵੇ। ਰਸਨਾ ਜਪਤੀ ਹਰ ਹਰ ਨੀਤ। ਪਰ ਸਤਿਗੁਰੂ ਜੀ ਕਹਿੰਦੇ ਜੇ ਰਸਨਾ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਨੂੰ ਨਿਤ ਹੀ ਜਪ ਰਿਹਾ ਹੈ ਤੇ ਉਹ ਰਸ ਜਿਹੜਾ ਹੈ ਉਹ ਸਭ ਤੋਂ ਸ਼੍ਰੋਮਣੀ ਹੈ। ਨਾਮ ਦਾ ਰਸ ਜਿਹੜਾ ਹੈ ਉਹਦੇ ਨਾਲ ਭੋਜਨ ਦਾ ਰਸ, ਕੱਪੜਿਆਂ ਦਾ ਰਸ, ਇਸੇ ਪ੍ਰਕਾਰ ਹੀ ਜਿਹੜੀਆਂ ਸੰਗੀਤ ਦੀਆਂ ਬੰਦਸ਼ਾਂ ਹਨ ਉਹਨਾਂ ਦੇ ਰਸ, ਨਾਮ ਦਾ ਰਸ ਜਿਹੜਾ ਸਤਿਗੁਰੂ ਜੀ ਕਹਿੰਦੇ ਸਭ ਤੋਂ ਸ਼੍ਰੋਮਣੀ ਬਣ ਜਾਂਦਾ ਹੈ। ਭਲੀ ਸੋ ਕਰਨੀ ਸੋਭਾ ਧਨਵੰਤ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਕਰਨੀ ਜਿਹੜੀ ਉਹ ਵੀ ਸ੍ਰੇਸ਼ਟ ਬਣ ਜਾਂਦੀ ਹੈ ਤੇ ਸੋਭਾ ਤੇ ਗੁਣਾਂ ਦੇ ਸਹਿਤ ਬਣ ਜਾਂਦੀ ਹੈ। ਹਿਰਦੈ ਵਸੇ ਪੂਰਨ ਗੁਰ ਮੰਤ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪੂਰਨ ਰੂਪ ਦੇ ਵਿੱਚ ਗੁਰੂ ਦਾ ਮੰਤਰ ਵਸ ਜਾਂਦਾ ਹੈ। ਗੁਰੂ ਦਾ ਮੰਤਰ ਕੀ ਹੈ? ਵਾਹਿਗੁਰੂ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਜਿਹੜਾ ਵਾਹਿਗੁਰੂ ਮੰਤਰ ਹੈ ਇਹ ਗੁਰੂ ਬਖਸ਼ਿਸ਼ ਕਰਦਾ ਹੈ। 5 ਪਿਆਰਿਆਂ ਦੇ ਰੂਪ ਦੇ ਵਿੱਚ ਜਦੋਂ 5 ਪਿਆਰਿਆਂ ਦੇ ਪਾਸੋਂ ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਤੇ ਉਦੋਂ ਇਹ ਗੁਰ ਮੰਤਰ ਮੂਲ ਮੰਤਰ ਦ੍ਰਿੜ ਕਰਾਇਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪੂਰਨ ਰੂਪ ਦੇ ਵਿੱਚ ਇਹ ਵਾਹਿਗੁਰੂ ਮੰਤਰ ਵਸ ਜਾਂਦਾ ਹੈ। ਸਾਧ ਸੰਗ ਪ੍ਰਭ ਦੇਹੋ ਨਿਵਾਸ। ਸਤਿਗੁਰੂ ਜੀ ਬਚਨ ਕਰਦੇ ਹਨ ਗੁਰੂ ਅੱਗੇ ਏਦਾਂ ਬੇਨਤੀਆਂ ਕਰੀਏ, ਅਰਦਾਸਾਂ ਕਰੀਏ ਕਿ ਮਹਾਰਾਜ ਸਾਧ ਸੰਗਤ ਦੇ ਵਿੱਚ ਹੀ ਸਾਨੂੰ ਨਿਵਾਸ ਬਖਸ਼ੋ।
ਜਿਹੜੀ ਸਾਧ ਸੰਗਤ ਆਪ ਜੀ ਨੇ ਕਾਇਮ ਕੀਤੀ ਹੈ, ਸ੍ਰੇਸ਼ਟ ਸੰਗਤ ਰੱਬ ਰੂਪ ਤਿਆਰ ਕੀਤੀ ਹੈ, ਪੈਦਾ ਕੀਤੀ ਹੈ, ਇਸ ਦੇ ਵਿੱਚ ਹੀ ਸਾਡਾ ਮਨ ਬਾਣੀ ਕਰਕੇ ਜਿਹੜਾ ਵਾਸਾ ਹੈ ਉਹ ਬਣਿਆ ਰਹੇ। ਸਰਬ ਸੁਖ ਨਾਨਕ ਪਰਗਾਸ। ਸਤਿਗੁਰੂ ਜੀ ਇਸ ਪਾਵਨ ਅਸ਼ਟਪਦੀ ਦੀ ਸੰਪੂਰਨਤਾ ਕਰਦੇ ਹਨ ਕਿ ਇਹਦੇ ਵਿੱਚ ਹੀ ਸਤਿਗੁਰੂ ਜੀ ਕਹਿੰਦੇ ਸਾਰੇ ਸੁਖ ਤੇ ਪ੍ਰਗਾਸ ਦਾ ਭਾਵ ਹੈ ਰੌਸ਼ਨੀ, ਚਾਨਣ। ਉਹ ਕੀ ਹੈ? ਗਿਆਨ। ਸਾਧ ਸੰਗਤ ਕਰਕੇ ਹੀ ਜੀਵ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪਤਾ ਚੱਲਦਾ ਹੈ ਕਿ ਸੁਖ ਅਸਲ ਦੇ ਵਿੱਚ ਕਿਹੜੀ ਵਸਤੂ ਦੇ ਵਿੱਚ ਹੈ, ਤੇ ਸਾਧ ਸੰਗਤ ਕਰਕੇ ਹੀ ਪਤਾ ਚੱਲਦਾ ਹੈ ਕਿ ਗਿਆਨ ਕੀ ਹੈ, ਕਿਸ ਗਿਆਨ ਦੁਆਰਾ ਜੀਵਨ ਦੀ ਸਫਲਤਾ ਹੁੰਦੀ ਹੈ। ਇਸ ਪ੍ਰਕਾਰ ਇਸ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ 20ਵੀਂ ਅਸ਼ਟਪਦੀ ਦੀ ਸੰਪੂਰਨਤਾ ਕਰਦਿਆਂ ਹੋਇਆਂ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਜਿਸ ਦੀ ਕਥਾ ਵਿਚਾਰ ਅੱਜ ਸੰਪੂਰਨ ਹੋਈ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸ਼ਬਦ ਗੁਰੂ ਕਾ ਜਾਣ ਕੇ, ਸਿੱਖਿਆ ਗੁਰੂ ਕੀ ਜਾਣ ਕੇ ਹਿਰਦੇ 'ਚ ਵਸਾਈਏ, ਜਿਸ ਕਰਕੇ ਆਪਣਾ ਸਾਰਿਆਂ ਦਾ ਹੀ ਪੜ੍ਹਨ ਸੁਣਨ ਵਾਲਿਆਂ ਦਾ ਭਲਾ ਹੋਵੇ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਿ ਹੈ ਮੇਲੇ ਦੀ ਦਾਤ ਸਾਨੂੰ ਪ੍ਰਾਪਤ ਹੋਵੇ। ਸੋ ਇੱਥੇ ਹੀ ਦਾਸ ਫਤਿਹ ਬੁਲਾਉਂਦਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।